ਹਾਲੇਲੂਇਆ। ਸੋ ਆਪ ਸਭ ਨੂੰ ਜੈ ਮਸੀਹ ਦੀ। ਸੋ ਅੱਜ ਆਪਾਂ ਇੱਕ ਛੋਟਾ ਜਿਹਾ ਮੈਸੇਜ ਫਿਰ ਤੋਂ ਲੈ ਕੇ ਆਏ ਹਾਂ, ਪਰਮੇਸ਼ਰ ਦਾ ਵਚਨ ਆਪ ਸਭ ਦੇ ਲਈ। ਤੋ ਕੱਲ ਵੀ ਅਸੀਂ ਹੋਣਾ ਸੀ ਲਾਈਵ, ਕੱਲ ਵੀ ਆਪਾਂ ਰਿਕਾਰਡਿੰਗ ਕਰਨੀ ਸੀ, ਵਚਨ ਭੇਜਣਾ ਸੀ, ਪਰ ਕੱਲ ਕੁਝ ਥੋੜਾ ਸ਼ਡਿਊਲ ਬਿਜ਼ੀ ਹੋਣ ਦਾ ਕਰਕੇ ਸਾਡੇ ਕੋਲ ਸਮਾਂ ਨਹੀਂ ਬਚ ਰਿਹਾ ਸੀਗਾ। ਤੋ ਉਹਦੇ ਅਕੋਰਡਿੰਗ ਆਪਾਂ ਫਿਰ ਉਹ ਜਿਹੜੀ ਵੀਰਵਾਰ ਦੀ ਪ੍ਰੇਅਰ ਸੀਗੀ, ਵਚਨ ਸੀਗਾ ਪਰਮੇਸ਼ਰ ਦਾ, ਉਹ ਆਪਾਂ ਅੱਜ ਲੈ ਕੇ ਆ ਰਹੇ ਹਾਂ ਆਪ ਸਭ ਦੇ ਨਾਲ। ਹਾਲੇਲੂਇਆ। ਸੋ ਵਚਨ ਦੇ ਵਿੱਚੋਂ ਆਪਾਂ ਦੇਖਾਂਗੇ ਕਿ ਪਰਮੇਸ਼ਰ ਦਾ ਵਚਨ ਸਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਦਾ ਆ। ਆਪਾਂ ਕੁਝ ਵਚਨ ਦੇ ਵਿੱਚੋਂ ਲਾਈਨਾਂ ਦੇਖਾਂਗੇ ਕਿ ਅੱਜ ਦਾ ਵਚਨ ਸਾਡੇ ਨਾਲ ਕੀ ਗੱਲ ਕਰਦਾ ਪਿਆ। ਬਹੁਤ ਸਾਰੇ ਲੋਕ ਆ ਜਦੋਂ ਪਰਮੇਸ਼ਰ ਦੇ ਕੋਲ ਆਉਂਦੇ ਆ ਔਰ ਅਲੱਗ-ਅਲੱਗ ਤਰੀਕੇ ਨਾਲ ਆਉਂਦੇ ਆ। ਕੋਈ ਕਿਸੇ ਐਟੀਟਿਊਡ ਦੇ ਨਾਲ ਆਉਂਦਾ, ਕੋਈ ਕਿਸੇ ਐਟੀਟਿਊਡ ਦੇ ਨਾਲ ਆਉਂਦਾ। ਹਾਲੇਲੂਇਆ। ਸੋ ਜਿਹੜਾ ਇੱਕ ਅਹੁਦਾ ਮਿਲਿਆ ਹੁੰਦਾ ਲੋਕਾਂ ਨੂੰ, ਉਹ ਜਦੋਂ ਉਹਦੇ ਨੂੰ ਆਪਣੀ ਇੱਕ ਜਿਹੜੀ ਰਿਸਪੈਕਟ ਪਰਮੇਸ਼ਰ ਵੱਲੋਂ ਮਿਲੀ ਹੁੰਦੀ, ਪਰਮੇਸ਼ਰ ਦੀ ਬਰਕਤ ਮਿਲੀ ਹੁੰਦੀ ਆ, ਉਹਨੂੰ ਜਦੋਂ ਉਹ ਐਟੀਟਿਊਡ ਦੇ ਵਿੱਚ ਤਬਦੀਲ ਕਰ ਦਿੰਦੇ ਆ ਤਾਂ ਉਹ ਗੱਲ ਵਚਨ ਦੇ ਅਕੋਰਡਿੰਗ ਨਹੀਂ ਸਹੀ। ਹਾਲੇਲੂਇਆ। ਤੋ ਆਪਾਂ ਵਚਨ ਦੇ ਵਿੱਚੋਂ ਦੇਖਾਂਗੇ ਪਰਮੇਸ਼ਰ ਦਾ ਵਚਨ ਆਪਣੇ ਨਾਲ ਕੀ ਗੱਲ ਕਰਦਾ ਹੈ। ਤੋ ਆਪਾਂ ਅੱਜ ਲੂਕਾ ਦੀ ਇੰਜੀਲ ਦੇਖਾਂਗੇ। ਪਰਮੇਸ਼ਰ ਦਾ ਦਾਸ ਕੀ ਲਿਖਦਾ ਇਹਦੇ ਵਿੱਚ, ਵਚਨ 'ਚ ਕੀ ਲਿਖਿਆ ਹੋਇਆ ਲੂਕਾ ਦੀ ਇੰਜੀਲ 'ਚ। ਆਪਾਂ ਲੂਕਾ ਦੀ ਇੰਜੀਲ 18 ਅਧਿਆਏ ਉਹਦੀ 18 ਨੰਬਰ ਪੰਕਤੀ ਤੋਂ ਹੀ ਪੜਾਂਗੇ। ਉਹ ਵਚਨ 'ਚ ਆਪਾਂ ਦੇਖਾਂਗੇ ਕੀ ਲਿਖਿਆ, ਪਰਮੇਸ਼ਰ ਦਾ ਵਚਨ ਕਿਸ ਤਰ੍ਹਾਂ ਅੱਜ ਆਪਣੇ ਨਾਲ ਗੱਲ ਕਰਦਾ ਸਭ ਦੇ ਨਾਲ। ਤੋ ਵਚਨ 'ਚ ਲਿਖਿਆ, ਇੱਕ ਸਰਦਾਰ ਨੇ ਉਸ ਅੱਗੇ ਅਰਜ਼ ਕਰਕੇ ਆਖਿਆ, ਸਤਿਗੁਰੂ ਜੀ, ਮੈਂ ਕੀ ਕਰਾਂ ਜੋ ਸਦੀਵਕ ਜਿਉਣ ਦਾ ਅਧਿਕਾਰੀ ਹੋਵਾਂ। ਹਾਲੇਲੂਇਆ। ਸੋ ਯੀਸ਼ੂ ਮਸੀਹ ਨੂੰ ਇੱਕ ਸਰਦਾਰ ਜਾਜਕ ਨੇ ਆਖਿਆ, ਉਹ ਸਰਦਾਰ ਨੇ ਆਖਿਆ, ਸੌਰੀ ਮੈਂ ਆਪ ਸਭ ਦੇ ਨਾਲ ਦੱਸਣਾ ਚਾਹੁੰਦਾ ਕਿ ਜਾਜਕ ਨਹੀਂ, ਸਰਦਾਰ ਲਿਖਿਆ ਹੋਇਆ। ਤੋ ਇੱਕ ਸਰਦਾਰ ਧਨੀ ਔਰ ਅਮੀਰ ਬੰਦਾ ਆ, ਉਸਨੇ ਯੀਸ਼ੂ ਮਸੀਹ ਜੀ ਨੂੰ ਸਵਾਲ ਜਵਾਬ ਕਰਨ ਲੱਗੇ ਨੇ ਇੱਕ ਕੁਐਸਚਨ ਕੀਤਾ, ਸਵਾਲ ਕੀਤਾ ਤੇ ਪੁੱਛਿਆ ਕਿ ਪ੍ਰਭੂ ਜੀ, ਸਤਿਗੁਰੂ ਜੀ, ਕਿ ਮੈਂ ਕੀ ਕਰਾਂ ਕਿ ਸਦਾ ਦੇ ਜੀਵਨ ਦੇ ਵਿੱਚ ਪ੍ਰਵੇਸ਼ ਕਰ ਸਕਾਂ, ਕਿ ਸਦੀਵਕ ਜੀਵਨ ਦਾ ਅਧਿਕਾਰੀ ਹੋਵਾਂ, ਹੱਕ ਰੱਖਦਾ ਹੋਵਾਂ। ਹਾਲੇਲੂਇਆ। ਸੋ ਪਰਮੇਸ਼ਰ ਯੀਸ਼ੂ ਮਸੀਹ ਨੇ, ਦੇਖਦੇ ਹਾਂ ਉਸ ਦੇ ਨਾਲ ਕਿਸ ਤਰ੍ਹਾਂ ਗੱਲ ਕੀਤੀ ਆ। ਬਹੁਤ ਸਾਰੇ ਆਉਂਦੇ ਆ ਜਿਹੜੇ ਕਹਿੰਦੇ ਕਿ ਅਸੀਂ ਅਮੀਰ ਆ, ਘਰੋਂ ਅੱਛੇ ਆ, ਔਰ ਪ੍ਰਭੂ 'ਚ ਆ ਕੇ ਵੀ ਉਹ ਆਪਣਾ ਆਪ ਸੁਧਾਰਨਾ ਨਹੀਂ ਚਾਹੁੰਦੇ ਹੈਗੇ। ਜਿੱਦਾਂ ਯੀਸ਼ੂ ਮਸੀਹ ਦੇ ਜਦੋਂ ਕੋਲ ਆਉਂਦੇ ਆ, ਉਹ ਆਪਣਾ ਆਪ ਸੁਧਾਰਨਾ ਨਹੀਂ ਚਾਹੁੰਦੇ, ਉਹ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦੇ ਉਹ ਲੋਕ। ਹਾਲੇਲੂਇਆ। ਸੋ ਬਾਣੀ ਦੱਸਦੀ ਆ ਕਿ ਪਰਮੇਸ਼ਰ ਦਾ ਜਿਹੜਾ ਵਚਨ ਆ ਉਹ ਸਿਰਫ ਸਾਡਾ ਹਿਰਦਾ ਚੇਂਜ ਕਰਦਾ, ਦਿਲ ਚੇਂਜ ਕਰਦਾ। ਜਦੋਂ ਦਿਲ ਚੇਂਜ ਹੋ ਜਾਂਦਾ ਤਾਂ ਸਾਰਾ ਕੁਝ ਹੀ ਬੰਦੇ ਦਾ ਕੀ ਆ, ਚੇਂਜ ਹੋ ਜਾਂਦਾ ਆ। ਹਾਲੇਲੂਇਆ। ਤੋ ਆਪਾਂ ਜਿਹੜਾ ਕਹਿੰਦੇ ਨਹੀਂ ਚਿਹਰਾ ਮੋਹਰਾ ਬਦਲਿਆ ਲੱਗਦਾ, ਤੋ ਪਰਮੇਸ਼ਰ ਦਾ ਵਚਨ ਆ ਜਿਹੜਾ ਚਿਹਰਾ ਵੀ ਬਦਲਦਾ, ਮੋਹਰਾ ਵੀ ਬਦਲਦਾ, ਜਾਣੀ ਕਿ ਕਹਿਣ ਦਾ ਮਤਲਬ ਇਹੀ ਹੈ ਕਿ ਚਾਲ ਢਾਲ ਬੰਦੇ ਦੀ ਚੇਂਜ ਕਰ ਦਿੰਦਾ, ਬਦਲ ਕੇ ਰੱਖ ਦਿੰਦਾ। ਹਾਲੇਲੂਇਆ। ਉਹ ਉਹਨਾਂ ਦੇ ਨਾਲ ਹੀ ਹੁੰਦਾ ਜਿਹੜੇ ਲੋਕ ਪਰਮੇਸ਼ਰ ਦੇ ਵਚਨਾਂ ਨੂੰ ਆਪਣੇ ਉੱਪਰ ਲੈਂਦੇ, ਉਹ ਵਚਨਾਂ ਦੇ ਵਿੱਚ ਚੱਲਦੇ ਆ, ਵਚਨ ਪੜ੍ਹਦੇ ਆ, ਪ੍ਰਾਰਥਨਾ ਕਰਦੇ ਆ, ਪਰਮੇਸ਼ਰ ਦੇ ਹੁਕਮਾਂ ਨੂੰ ਪੂਰਾ ਕਰਦੇ, ਉਹ ਉਹਨਾਂ ਦੇ ਨਾਲ ਹੀ ਇਹ ਤਬਦੀਲੀ ਆਉਂਦੀ ਆ। ਹਾਲੇਲੂਇਆ। ਬਹੁਤ ਸਾਰੇ ਧਨੀ ਆ ਲੋਕ ਜਿਨ੍ਹਾਂ ਤੇ ਬਹੁਤ ਅੱਛੀ ਕਿਰਪਾ ਪਰਮੇਸ਼ਰ ਦੀ, ਔਰ ਪਰਮੇਸ਼ਰ ਨਾਲ ਉਹ ਇਮਾਨਦਾਰ ਚੱਲਦੇ ਆ। ਬਹੁਤ ਸਾਰੇ ਜਿਨ੍ਹਾਂ ਦੇ ਕੋਲ ਧਨ ਨਹੀਂ ਆ, ਉਹ ਵੀ ਪਰਮੇਸ਼ਰ ਨਾਲ ਬਹੁਤ ਵਧੀਆ ਤਰੀਕੇ ਨਾਲ ਚੱਲਦੇ ਆ। ਕੁਝ ਏਦਾਂ ਦੇ ਆ ਜਿਨ੍ਹਾਂ ਦੇ ਕੋਲ ਇੰਨੀ ਧਨ ਦੌਲਤ ਨਹੀਂ ਆ, ਉਹ ਵੀ ਕਈ ਵਾਰ ਹੁੰਦਾ ਕਿ ਪਰਮੇਸ਼ਰ ਨਾਲ ਅੱਛੇ ਤਰੀਕੇ ਨਾਲ ਨਹੀਂ ਚੱਲਦੇ। ਔਰ ਜਿਨ੍ਹਾਂ ਕੋਲ ਜ਼ਿਆਦਾ ਹੁੰਦੀ, ਪਰਮੇਸ਼ਰ ਨੇ ਜ਼ਿਆਦਾ ਦਿੱਤਾ ਹੁੰਦਾ, ਉਹ ਵੀ ਇਦਾਂ ਦੇ ਕਈ ਵਾਰੀ ਟੱਕਰ ਜਾਂਦੇ ਆ, ਮਿਲ ਜਾਂਦੇ ਆਪਾਂ ਨੂੰ ਕਿ ਉਹ ਵੀ
ਪਰਮੇਸ਼ਰ ਯੀਸ਼ੂ ਮਸੀਹ ਦੇ ਨਾਲ ਸਹੀ ਤਰੀਕੇ ਨਾਲ ਨਹੀਂ ਚੱਲਦੇ। ਹਾਲੇਲੂਇਆ। ਸੋ ਯੀਸ਼ੂ ਮਸੀਹ ਦੇ ਅੱਗੇ ਇਸੇ ਤਰ੍ਹਾਂ ਦੇ ਇੱਕ ਧਨੀ ਸਰਦਾਰ ਨੇ ਆ ਕੇ ਸਵਾਲ ਪੁੱਛਿਆ ਕਿ ਇਹ ਸਦੀਵਕ ਜੀਵਨ ਜਿਹੜਾ ਆ ਉਹ ਸਦਾ ਦਾ ਜੀਵਨ ਆ, ਉਹ ਮੈਂ ਪਾਉਣਾ ਚਾਹੁੰਦਾ ਆ ਤੇ ਮੈਂ ਕੀ ਕਰ ਸਕਦਾ ਉਹ ਜਿਹੜਾ ਮੈਨੂੰ ਜੀਵਨ ਮਿਲ ਜਾਵੇ। ਹਾਲੇਲੂਇਆ। तो अगो यीशु मसीह जी ने जवाब की दिता, ਆਪਾਂ वचन ਦੇ ਵਿੱਚੋਂ ਦੇਖਦੇ ਹਾਂ ਕੀ ਆਖਿਆ। ਕਹਿੰਦੇ ਯੀਸ਼ु ਨੇ ਉਹਨੂੰ ਕਿਹਾ ਤੂੰ ਮੈਨੂੰ ਸੱਤ ਕਿਉਂ ਆਖਦਾ ਹੈ। ਹਾਲੇਲੂਇਆ। ਸੱਤ ਕੋਈ ਨਹੀਂ ਪਰ ਨਿਰਾ ਇੱਕੋ ਪਰਮੇਸ਼ਰ। ਹਾਲੇਲੂਇਆ। ਹਾਲੇਲੂਇਆ। ਸੋ ਇੱਥੇ ਲਿਖਿਆ ਯੀਸ਼ु ਮਸੀਹ ਨੇ ਆਖਿਆ ਕਿ ਤੂੰ ਮੈਨੂੰ ਸੱਚ ਕਿਉਂ ਆਖਦਾ ਹੈ। ਹਾਲੇਲੂਇਆ। ਇਹ ਤੂੰ ਸੱਚ ਮੈਨੂੰ ਸੱਚਾ ਕਿਉਂ ਆਖਦਾ, ਇਹ ਤੂੰ ਲੋਕਾਂ ਤੋਂ ਸੁਣ ਕੇ ਮੈਨੂੰ ਸੱਚਾ ਆਖਦਾ ਹੈ। ਹਾਲੇਲੂਇਆ। ਤੂੰ ਉਹਨਾਂ ਦਾ ਸਵਾਲ ਸੀਗਾ, ਯੀਸ਼ੂ ਮਸੀਹ ਨੇ ਉਹਨੂੰ ਆਖਿਆ ਵੀ ਤੂੰ ਇਦਾਂ ਲੋਕਾਂ ਤੋਂ ਸੁਣ ਕੇ ਮੈਨੂੰ ਆਖਦਾ ਕਿ ਤੇਰਾ ਆਪਣਾ ਦਿਲ ਨਹੀਂ ਹੈਗਾ ਮੰਨਦਾ ਕਿ ਪਰਮੇਸ਼ਰ ਸੱਚਾ ਹੈ। ਹਾਲੇਲੂਇਆ। ਤੇ ਯੀਸ਼ੂ ਮਸੀਹ ਨੇ ਇਹੀ ਗੱਲ ਪੁੱਛੀ ਉਹਨੂੰ ਔਰ ਉਹਨਾਂ ਨੇ ਆਖਿਆ ਸੱਚ ਹੋਰ ਕੋਈ ਨਹੀਂ ਹੈਗਾ, ਸੱਚਾ ਹੋਰ ਕੋਈ ਨਹੀਂ ਆ, ਨਿਰਾ ਪਰ ਨਿਰਾ ਕਹਿੰਦਾ ਇੱਕੋ ਪਰਮੇਸ਼ਰ ਵਾ ਜਿਹੜਾ ਸੱਚਾ ਆ। ਹਾਲੇਲੂਇਆ। ਹਾਲੇਲੂਇਆ। ਤੂੰ ਅੱਗੇ ਕੀ ਲਿਖਿਆ ਵਚਨ 'ਚ, ਤੂੰ ਕਹਿੰਦਾ ਹੁਕਮਾਂ ਨੂੰ ਜਾਣਦਾ ਹੈ। ਯੀਸ਼ੂ ਮਸੀਹ ਨੇ ਉਹਨੂੰ ਬੰਦੇ ਨੂੰ ਪੁੱਛਿਆ ਕਿ ਤੂੰ ਜਿਹੜੇ ਪਰਮੇਸ਼ਰ ਨੇ ਸਾਨੂੰ 10 ਹੁਕਮ ਦਿੱਤੇ ਹੋਏ ਆ ਉਹਨਾਂ ਨੂੰ ਜਾਣਦਾ ਹੈ ਕਿ ਉੱਥੇ ਲਿਖਿਆ ਹੁਕਮਾਂ 'ਚ ਜਨਾਹ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਆਪਣੇ ਮਾਤਾ ਅਤੇ ਪਿਤਾ ਦਾ ਆਦਰ ਕਰ। ਹਾਲੇਲੂਇਆ। तो यीशु मसीह ਦਾ ਇਹ ਸਵਾਲ ਸੀ ਕਿ ਜਿਹੜਾ ਧਨੀ ਬੰਦਾ ਆ ਇਹ ਅੱਛੀ ਲਾਈਫ ਜਿਉਂਦਾ ਪਿਆ ਤੇ ਹੁਣ ਇਹਨੂੰ ਸੱਚ ਦਾ ਪਤਾ ਨਹੀਂ ਹੈਗਾ, ਇਹ ਮੈਨੂੰ ਆ ਕੇ ਕਹਿਣ ਲੱਗਾ ਕਿ ਮੈਂ ਕੀ ਕਰਾਂ ਸਦਾ ਦਾ ਜੀਵਨ ਪਾਉਣ ਲਈ। तो यीशु मसीह ने पहले नंबर ਦੇ ਉਹਨੂੰ ਆਖਿਆ ਤੂੰ ਮੈਨੂੰ ਸੱਚਾ ਕਿਉਂ ਆਖਦਾ ਹੈ। ਸੱਚ ਨਿਰਾ ਇੱਕੋ ਹੀ ਪਰਮੇਸ਼ਰ ਵਾ ਕਹਿੰਦਾ। ਹਾਲੇਲੂਇਆ। ਉਹੀ ਸੱਚ ਵਾ ਔਰ ਉਹਨੂੰ ਪੁੱਛਿਆ ਉਹਦੀ ਸਿਚੁਏਸ਼ਨ ਦੇਖ, ਉਹਦੇ ਹਾਲਾਤ ਦੇਖ ਕੇ ਕਿ ਤੂੰ ਹੁਕਮ ਜਾਣਦਾ ਆ ਜਿਹੜੇ ਪਰਮੇਸ਼ਰ ਪਿਤਾ ਪਰਮੇਸ਼ਰ ਨੇ ਸੱਚੇ ਪਰਮੇਸ਼ਰ ਨੇ ਸਾਨੂੰ 10 ਹੁਕਮ ਲਾਏ ਆ। ਉਹ ਕਹਿੰਦਾ ਜੀ ਮੈਂ ਜਾਣਦਾ ਆ, ਖੂਨ ਨਹੀਂ ਕਰਨਾ, ਜਨਾਹ ਨਹੀਂ ਕਰਨਾ, ਚੋਰੀ ਨਹੀਂ ਕਰਨੀ, ਮਾਤਾ ਪਿਤਾ ਦਾ ਆਦਰ ਵੀ ਕਰਨਾ ਹੈ ਨਾ, ਝੂਠੀ ਗਵਾਹੀ ਨਹੀਂ ਦੇਣੀ ਹੈ ਨਾ। तो ਉਹ ਕਹਿੰਦਾ ਮੈਂ ਜਾਣਦਾ ਆ। ਉਸਨੇ ਆਖਿਆ ਮੈਂ ਆਪਣੇ ਬਾਲਕ ਪੁਣੇ ਤੋਂ ਇਹਨਾਂ ਸਭਨਾਂ ਨੂੰ ਕਹਿੰਦਾ ਕੀ ਆ ਮੰਨਦਾ ਆਇਆ। ਉਹਨੇ ਯੀਸ਼ੂ ਮਸੀਹ ਦੇ ਨਾਲ ਇਹ ਗੱਲ ਆਖੀ, ਕਹਿੰਦਾ ਕਿ ਮੈਂ ਜਦੋਂ ਛੋਟਾ ਸੀ, ਨਿਆਣੀ ਉਮਰ ਦਾ ਸੀ, ਮੈਨੂੰ ਜਦੋਂ ਇਹ ਸਿਖਾਲੇ ਗਏ ਮੈਂ ਉਦੋਂ ਹੀ ਕਹਿੰਦਾ ਉਦੋਂ ਤੋਂ ਹੀ ਸਿਖਾਲੇ ਦਿੱਤੇ ਗਏ ਹੁਕਮ ਤੇ ਮੈਂ ਕਹਿੰਦਾ ਉਦੋਂ ਤੋਂ ਹੀ ਇਹਨਾਂ ਨੂੰ ਗਿਆ ਮੰਨਦਾ ਆਇਆ। ਹਾਲੇਲੂਇਆ। ਬਹੁਤ ਸਾਰੇ ਲੋਕ ਹੁੰਦੇ ਆ ਜਿਹੜੇ ਕਹਿੰਦੇ ਆ ਕਿ ਅਸੀਂ ਬਾਲਕ ਪੁਣੇ ਤੋਂ ਪਰਮੇਸ਼ਰ ਨਾਲ ਚੱਲਦੇ ਆ, ਅੱਛੇ ਤਰੀਕੇ ਨਾਲ ਚੱਲਦੇ ਆ ਰਹੇ ਆ। ਕੁਛ ਇਦਾਂ ਹੈ ਕਿ ਬੋਰਨ ਕ੍ਰਿਸਚੀਅਨ ਵੀ ਹੁੰਦੇ ਆ ਜਿਨ੍ਹਾਂ ਦੇ ਕਹਿ ਲਓ ਕਿ ਜਨਰੇਸ਼ਨ ਮਸੀਹ ਨਾਲ ਲਿੰਕ ਰੱਖਦੀ ਆ, ਪਰਮੇਸ਼ਰ ਨਾਲ ਲਿੰਕ ਰੱਖਦੀ ਆ। ਹਾਲੇਲੂਇਆ। ਮਸੀਹਤ ਨਾਲ ਲਿੰਕ ਰੱਖਦੀ ਕ੍ਰਿਸਚੀਅਨ ਜਿਨ੍ਹਾਂ ਨੂੰ ਆਖਿਆ ਜਾਂਦਾ। ਹਾਲੇਲੂਇਆ। तो ਕੁਛ ਕਿ ਇਹ ਵੀ ਹੁੰਦੇ ਆ ਕਿ ਜਿੱਦਾਂ ਹੁਣ ਸਾਡੇ ਵਰਗਿਆਂ ਦੇ ਤੁਹਾਡੇ ਵਰਗਿਆਂ ਦੇ ਜੀਵਨ 'ਚ ਪਰਮੇਸ਼ਰ ਨੇ ਕੰਮ ਕੀਤੇ ਔਰ ਆਪਾਂ ਨੂੰ ਦੂਰਾਂ ਨੇੜਿਆਂ ਤੋਂ ਇਕੱਠਿਆਂ ਕੀਤਾ, ਤਾਂ ਜਿਹੜੀ ਗਾਹਾਂ ਚੱਲ ਕੇ ਆਪਣੀ ਜਨਰੇਸ਼ਨ ਆਉਂਦੀ ਆ ਉਹ ਕੀ ਬੋਰਨ ਕ੍ਰਿਸਚੀਅਨ ਹੋ ਜਾਂਦੀ ਆ। ਹਾਲੇਲੂਇਆ। ਤੋ ਅਸੀਂ ਕਨਵਰਟ ਹੋਏ ਮਤਲਬ ਕਿ ਸਾਨੂੰ ਪਰਮੇਸ਼ਰ ਨੇ ਸਾਡਾ ਦਿਲ ਬਦਲਿਆ ਤੇ ਜਿਹੜੀ ਅੱਗੇ ਚੱਲ ਕੇ ਸਾਡੀ ਔਲਾਦ ਆਉਂਦੀ ਆ ਤਾਂ ਉਹ ਕੀ ਆ ਬੋਰਨ ਕ੍ਰਿਸਚੀਅਨ ਬਣਦੀ ਆ ਫਿਰ। ਹਾਲੇਲੂਇਆ। ਤੋ ਇਹਨਾਂ ਲੋਕਾਂ ਦੇ ਵਿੱਚ ਕੁਛ ਕਿ ਇਦਾਂ ਦੇ ਹੁੰਦੇ ਜਿਹੜੇ ਸਹੀ ਤਰੀਕੇ ਨਾਲ ਪਰਮੇਸ਼ਰ ਨਾਲ ਚੱਲਦੇ ਔਰ ਪਰਮੇਸ਼ਰ ਦੀ ਕਿਰਪਾ ਬਹੁਤ ਵਧੀਆ ਨਾਲ ਤਰੀਕੇ ਨਾਲ ਉਹਨਾਂ ਤੇ ਹੁੰਦੀ ਆ। ਔਰ ਕੁਛ ਕਿ ਇਦਾਂ ਦੇ ਹੁੰਦੇ ਆ ਕਿ ਜਿੱਦਾਂ ਹੁਣ ਇਸ ਬੰਦੇ ਨੇ ਗੱਲ ਕੀਤੀ ਕਿ ਮੈਂ ਬਾਲਕ ਪੁਣੇ ਤੋਂ ਹੀ ਮੈਂ ਮੰਨਦਾ ਆਇਆ। ਤੋ ਜਿਹੜਾ ਇਨਸਾਨ ਬਾਲਕ ਪੁਣੇ ਤੋਂ ਇਹ ਹੁਕਮਾਂ ਨੂੰ ਮੰਨਦਾ ਆ ਤਾਂ ਪਰਮੇਸ਼ਰ ਦੀ ਰਜ਼ਾ 'ਚ ਰਹਿੰਦਾ ਆ ਤਾਂ ਕਮੀ ਕਿੱਥੇ ਆ ਉਹਦੀ। ਹਾਲੇਲੂਇਆ। ਕਮੀ ਕਿੱਥੇ ਆ ਜਾਂਦੀ ਹੈ। ਕਮੀ ਪਰਮੇਸ਼ਰ ਦਾ ਵਚਨ ਜਿਹੜਾ ਆ ਸਾਨੂੰ ਵਚਨ ਦੱਸਦਾ ਕਿ ਕਮੀ ਕਿੱਥੇ ਆਉਂਦੀ ਆ। ਹਾਲੇਲੂਇਆ। ਵਚਨ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਆ। ਵਚਨ ਹਥੌੜੇ ਦੀ ਮਾਨਿਤ ਕੰਮ ਕਰਦਾ ਜਿਹੜਾ ਚਟਾਨਾਂ ਨੂੰ ਚੂਰ ਚੂਰ ਕਰ ਦਿੰਦਾ ਔਰ ਵਚਨ ਹੀ ਕਹਿੰਦਾ ਕੀ ਆ
दीपक हुआ और चानन भी आख्या गया और वचन नूं आख्या गया कि ये रोटी आ, भोजन हुआ, मन्ना यार हर रोज का। हालेलुया। और वचन ही परमेश्वर हो। हालेलुया हालेलुया। तो देखते हैं कमी कित्थे आ कि बालक पुणे तो जिहड़े लोग कहंदे आ कि असीं हुकमां नूं मंनदे आए आ, ये किद्दां साडे नाल ये हो गया। हालेलुया। तो की आख्या यीशु मसीह ने अगों सुन के आख्या, वचन च लिखिया अजे तेरे विच एक गल दा कहंदे घट आया। हालेलुया। यीशु मसीह दा परमेश्वर दा पुत्र वा और उन्हां तो कोई गल लुकी नहीं रहिंदी। हालेलुया। यीशु मसीह ने जदों सुनिया उहदियां गल्लां कि बालक पुणे तो हुक्मां च रहिंदा, कमी कित्थे है, तो यीशु मसीह ने कमी दस दित्ती। हजे कहंदा तेरे च एक गल दा की आ घट आया। हालेलुया। और की घट आया परमेश्वर दसन लगा वचन दे विचों, जो कुछ तेरा है वेच अते कंगालां नूं दे दे तां तैनूं सुरग विच धन मिलेगा अते आ मेरे पिछे हो तुर। हालेलुया हालेलुया। इको गल यीशु मसीह ने उन्होंने कही, जो कुछ तेरा आ वो वेच के कंगालां च वंड दे। हालेलुया। और की आख्या कहंदे कि जब तू ये काम कर देगा, बेच के वंड देवेगा कंगालां च, और कहंदे कि तैनूं कहंदे स्वर्ग विच धन मिलेगा। ये जिहड़ा दुनियावी धन आ इकट्ठा कीता होया, इनूं बाणी भी दसदी कहंदे कि चोर लुट के लै जांदे, सन मारदे आ, पर जिहड़ा आत्मक धन आ उत्थे तेरी दौलत जिहड़ी आ ओनूं कोई भी ऐदां दा चोर आ जिहड़ा वो भी जिहड़ा कह दो कि कोई भी ऐदां दा चोर जिहड़ा आ ओनूं नहीं चरा सकदा। हालेलुया। किसी भी तरह का चोर उस स्वर्गी धन नूं नहीं चुरा सकदा। हालेलुया। ये जिहड़ा दुनियावी धन आ इनूं चोर चोरी कर लैंदे आ, सन मार लैंदे, डाका मार लैंदे। जिहड़ा आत्मक उन्नति कीती हुंदी, दुआ प्रार्थनावां कीतियां होंदियां, सेवकाई कीती हुंदी आ, अच्छे काम कीते हुंदे आ, परमेश्वर दा नाम जपिया हुंदा समय सिर, और ਉਹਦੇ नाम ਦੀ ਜਿਹੜੀ कमाई कीती ਹੁੰਦੀ ਆ ਉਹ ਕੀ ਆ ਸਾਡੀ ਸਵਰਗੀ ਦੌਲਤ ਆ। ਹਾਲੇਲੂਇਆ। ਉਹਨੂੰ ਕਿਸੇ ਵੀ ਤਰ੍ਹਾਂ ਦਾ ਚੋਰ ਚੁਰਾ ਕੇ ਨਹੀਂ ਲੈ ਕੇ ਜਾਂਦਾ, ਬਾਣੀ ਦੱਸਦੀ ਔਰ ਚੁਰਾ ਹੀ ਨਹੀਂ ਸਕਦਾ। ਹਾਲੇਲੂਇਆ। ਸੋ ਤੂੰ ਕੀ ਆਖਿਆ, ਕਹਿੰਦੇ ਕਿ ਜਦੋਂ ਕਹਿੰਦੇ ਕਿ ਤੈਨੂੰ ਸਵਰਗ 'ਚ ਧਨ ਮਿਲੇਗਾ, ਔਰ ਕੀ ਆਖਿਆ ਕਹਿੰਦੇ ਤੂੰ ਮੇਰੇ ਪਿੱਛੇ ਹੋ ਤੁਰ, ਸਾਰਾ ਕੁਝ ਛੱਡ ਕੇ मेरे पीछे की है, तो कहते हो तुर। हालेलुया हालेलुया। तो बाणी सानू दस दिया, पर वो ये सुन के बहुत उदास होया, क्यों जो वो बहुत बड़ा धनवान सीगा। हुण कोई भी धनी बंदा आ जिन्हों कह दिता जाए कि भाई अपना बेच के सारा कुछ गरीबां च वंड दे तो तेन स्वर्ग च मिलूंगा, उन्हें एक मिनट लेगी, उन्हें गल ही नहीं कोई सुननी। जो उन्होंने गल सुनने मिल जानी है, कहना जी ना मैनू बेच के सारा कुछ जाना पैना ना। परमेश्वर ने की आख्या, कहंदा इनू बेच के कंगालां च वंड दे, तेनू कहंदा स्वर्ग च फिर धन मिलेगा। मतलब कि तू उहदे नाम दी जिहड़ी उहदे नाम दी कमाई आ वो तू फेर करेगा। हालेलुया। तू दुनियावी कमाई बहुत कर लई, तू जिहड़ी उहदे नाम दी कमाई आ तू फेर करेगा जदों तू कहंदा अपना सारा कुछ बेच के गरीबां च वंड देगा। हालेलुया हालेलुया। तो हुण जदों उहने सुनी आ तो सुन के गल की है, कहंदा बाणी दसदी है बहुत उदास होया, क्यों जो कहंदा कि वह वड्डा धनवान सी। हालेलुया। उहदे मूँह ते उदासी आ गई, ਉਹਦਾ ਚਿਹਰਾ ਉਤਰ ਗਿਆ, ਔਰ ਉਤਰਨਾ ਹੀ ਸੀ क्योंकि ਉਹਦੇ ਲਈ ਉਹਦਾ ਰੱਬ ਜਿਹੜਾ ਆ ਉਹਦੀ ਧਨ ਦੌਲਤ ਹੀ ਸੀ। ਹਾਲੇਲੂਇਆ ਹਾਲੇਲੂਇਆ। ਇੱਕ ਵਾਰੀ ਮੈਨੂੰ ਇੱਕ ਪਰਿਵਾਰ ਮਿਲਿਆ, ਮੈਂ ਆਪ ਸਭ ਦੇ ਨਾਲ ਗੱਲ ਦੱਸਣ ਲੱਗਾ। ਪਰਿਵਾਰ ਇੱਕ ਮਿਲਿਆ ਤੇ ਮੇਰੇ ਨਾਲ ਗੱਲ ਕੀਤੀ, ਇੱਕ ਦੋ ਵਾਰੀ ਸੰਗਤੀ 'ਚ ਆਏ ਤਾਂ ਮੈਨੂੰ ਕਹਿੰਦੇ ਕਿ
प्रार्थना कराउण आए मेरे को कि पास्टर जी घर च बरकत है नहीं, हालेलुया, बरकत है नहीं। मैं हैरान, मैं अच्छा जी। मैं उन्होंने पूछा, मैं तुसीं प्रार्थना करदे हुंदे आ? कहंदे हाँ जी करदे आ। तो मैं तुहाडे हत्थां 'च परमेश्वर दा वचन तां है नहीं गा दिसदा। मैं तुसीं बाइबल क्यों नहीं लैके आउंदे चर्च विच? और एक होर गल होई सी, जदों ਉਹ ਇੱਕ ਦਿਨ ਬਾਈਬਲ ਲੈ ਕੇ ਆਏ ਤਾਂ ਮੈਂ ਬਾਈਬਲ ਦੇ ਵਿੱਚੋਂ ਵਚਨ ਜਦੋਂ ਕਰਨ ਲੱਗਾ, ਪ੍ਰਚਾਰ ਕਰਨ ਲੱਗਾ, ਤਾਂ ਮੈਂ ਉਹਨਾਂ ਨੂੰ ਆਖਿਆ ਕਿ ਸੰਗਤ ਨੂੰ ਸਾਰੀ ਨੂੰ ਆਖਿਆ ਕਿ ਜ਼ਬੂਰਾਂ ਦੀ ਪੋਥੀ ਖੋਲਾਂਗੇ। ਤਾਂ ਉਹ ਪਰਿਵਾਰ ਨੂੰ ਜ਼ਬੂਰਾਂ ਦੀ ਪੋਥੀ ਬਾਈਬਲ ਦੇ ਵਿੱਚੋਂ ਨਹੀਂ ਲੱਭੀ। ਮੈਂ ਹੈਰਾਨ ਹੋ ਗਿਆ। ਤੇ ਮੈਂ ਜਦੋਂ ਪੁੱਛਿਆ, ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਤੁਸੀਂ ਮੈਨੂੰ ਦੱਸੋ ਕਿ ਕੀ ਗੱਲ ਹੋਇਆ ਤੁਹਾਡੇ ਘਰ 'ਚ ਹੋਈ। ਉਹ ਕਹਿੰਦੇ ਕਿ ਸਾਡਾ ਬੇਟਾ 40,000 ਦੀ ਸੈਲਰੀ ਲੈਂਦਾ ਮਹਿਕਮੇ 'ਚ, ਪੁਲਿਸ ਮਹਿਕਮੇ 'ਚ, ਔਰ ਕਹਿੰਦੇ ਕਿ ਅਸੀਂ ਇੱਕ ਘਰ ਲੈਣਾ ਸੀ, ਮਕਾਨ ਲੈਣਾ ਸੀ, ਤੇ ਕਹਿੰਦੇ ਸਾਡਾ 4.5 ਲੱਖ ਰੁਪਏ ਉੱਥੇ ਵੀ ਫਸ ਗਿਆ। ਕਹਿੰਦੇ ਕਿ ਉਹ ਬੰਦਾ ਸਾਡੇ ਪੈਸੇ ਲੈ ਕੇ ਮੁੱਕਰ ਗਿਆ ਔਰ ਸਾਨੂੰ ਘਰ ਵੀ ਨਹੀਂ ਦਿੱਤਾ। ਹਾਲੇਲੂਇਆ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਦਸਵੰਧ ਕੱਢਦੇ ਹੁੰਦੇ ਪਰਮੇਸ਼ਰ ਦਾ? ਤਾਂ ਇੱਦਾਂ ਹੀ ਗੱਲਾਂ ਜਦੋਂ ਹੋਈਆਂ, ਹੌਲੀ ਹੌਲੀ ਕਰਕੇ ਸਾਰੀਆਂ ਗੱਲਾਂ ਨਿਕਲ ਗਈਆਂ। ਪਰਮੇਸ਼ਰ ਨੇ ਜੋ ਜੋ ਮੈਨੂੰ ਗੱਲ ਕਿਹਾ ਸੀ ਪੁੱਛਣ ਨੂੰ, ਮੈਂ ਪੁੱਛ ਲਈ। ਹਾਲੇਲੂਇਆ। ਇੱਕ ਉਹਨਾਂ ਦਾ ਬੇਟਾ 40,000 ਦੀ ਸੈਲਰੀ ਲੈਂਦਾ, ਇੱਕ ਉਹ ਬੇਟੇ ਦੀ ਮੰਮੀ ਕੰਮ ਕਰਦੀ, ਔਰ ਉਹ 4-5 ਹਜ਼ਾਰ ਉਹ ਵੀ ਚੱਕਦੀ। ਤਾਂ ਦੇਖੋ ਅੱਛੇ ਤਰੀਕੇ ਨਾਲ ਘਰ-ਬਾਰ ਚੱਲ ਸਕਦਾ, ਕਿਉਂ ਬਰਕਤ ਨਹੀਂ ਹੈਗੀ? ਹਾਲੇਲੂਇਆ। ਤਾਂ ਮੈਂ ਜਦੋਂ ਉਹਨਾਂ ਨੂੰ ਪੁੱਛਿਆ, ਗੱਲ ਕੀਤੀ, ਮੈਂ ਕਿਹਾ ਤੁਸੀਂ ਦਸਵੰਧ ਕੱਢਦੇ ਆ? ਕਹਿੰਦੇ ਅਸੀਂ ਦਸਵੰਧ ਏਦਾਂ ਕਦੇ ਗਿਣ ਕੇ ਤਾਂ ਕੱਢਿਆ ਨਹੀਂ ਕਿ ਕਿੰਨੇ ਪੈਸਿਆਂ ਦਾ ਕਿੰਨਾ ਕੱਢੀਦਾ। ਕਹਿੰਦੇ ਪਰ ਅਸੀਂ ਜਦੋਂ ਕਹਿੰਦੇ ਅਸੀਂ ਸੰਗਤੀ 'ਚ ਜਾਂਦੇ ਆ, ਜਿੱਥੇ ਕਿਤੇ ਨਾ ਸੰਗਤੀ 'ਚ ਜਾਂਦੇ ਸੀਗੇ, ਕਿਸੇ ਚਰਚ ਵਿੱਚ ਜਾਂਦੇ ਸੀ, ਕਹਿੰਦੇ ਜਦੋਂ ਉਹ ਆਫਰਿੰਗ ਬੈਗ ਲੈ ਕੇ ਆਉਂਦੇ ਹੁੰਦੇ ਨਾ, ਕਹਿੰਦੇ ਏਦਾਂ ਹੀ ਬਸ ਉਹ 'ਚ ਪਾ ਦੇਈਦੇ। ਮੈਂ ਕਿਹਾ ਬਹੁਤ ਅੱਛੀ ਗੱਲ ਆ, ਆਫਰਿੰਗ ਬੈਗ 'ਚ ਆਫਰਿੰਗ ਪਾਉਣੀ ਹੀ ਚਾਹੀਦੀ ਆ, ਕਿਉਂਕਿ ਉਹ ਚਰਚ ਦੀਆਂ ਜ਼ਰੂਰਤਾਂ ਲਈ ਹੁੰਦੀ ਆ। ਹਾਲੇਲੂਇਆ। ਪਰ ਮੈਂ ਕਿਹਾ ਦਸਵੰਧ ਕਿੱਥੇ ਗਿਆ? ਦਸਵੰਧ ਦੇਣਾ ਵੀ ਜਿਹੜਾ ਬਹੁਤ ਜ਼ਰੂਰੀ ਆ। ਮੈਂ ਕਿਹਾ ਆਪਾਂ ਦਸਵੰਧ ਉਸ ਪੋਟਲੀ 'ਚ ਨਹੀਂ ਪਾ ਸਕਦੇ। ਹਾਲੇਲੂਇਆ, ਹਾਲੇਲੂਇਆ। ਸੇਮ ਜਦੋਂ ਵਚਨ ਵਾਲੀ ਗੱਲ ਜਿੱਦਾਂ ਇਸ ਇਨਸਾਨ ਨਾਲ ਹੋਈ, ਧਨੀ ਸਰਦਾਰ ਦੇ ਨਾਲ, ਮੈਂ ਉਹਨਾਂ ਨਾਲ ਗੱਲ ਕੀਤੀ। ਮੈਂ ਕਿਹਾ ਤੁਸੀਂ ਦਸਵੰਧ ਕੱਢਣਾ ਸ਼ੁਰੂ ਕਰੋ, ਜਿਹੜੇ ਤੁਹਾਡਾ ਕਰਜ਼ਾ ਆ, ਫਸੇ ਹੋਏ ਤੁਹਾਡੇ ਪੈਸੇ ਜਿਹੜੇ ਆ, ਪਰਮੇਸ਼ਰ ਨੇ ਮੈਂ ਕਿਹਾ ਆਪ ਹੀ ਤੁਹਾਡਾ ਉਹਨਾਂ ਦਾ ਇੱਕ ਹੀਲਾ ਵਸੀਲਾ ਬਣਾ ਦੇਣਾ, ਉਹ ਤੁਹਾਨੂੰ ਵਾਪਸ ਮਿਲਣਗੇ। ਉਹਨਾਂ ਚਿਰ ਲਈ ਮੈਂ ਕਿਹਾ ਮਿਲੇ ਜਿੰਨਾ ਚਿਰ ਤੁਸੀਂ ਪਰਮੇਸ਼ਰ ਦਾ ਖਾਈ ਜਾਂਦੇ ਆ। ਹਾਲੇਲੂਇਆ। ਹੁਣ ਸੋਚੋ, ਜਿਹੜਾ ਬੰਦਾ 40,000 ਦੀ ਤਨਖਾਹ ਲੈਂਦਾ ਆ ਤੇ ਉਹਦਾ 40,000 ਦਾ ਦਸਵੰਧ ਕਿੰਨਾ ਨਿਕਲੇ? ਹਾਲੇਲੂਇਆ। 40,000 ਦਾ ਸਿੱਧਾ 4,000 ਦਸਵੰਧ ਬਣਦਾ। ਤਾਂ ਜਿਹਨੇ 4,000 ਦਸਵੰਧ ਦੇਣਾ ਤਾਂ ਉਹਨੇ ਆਪੇ ਹੀ ਆਲਾ ਦੋਲਾ ਦੇਖਣਾ, 100 ਵਾਰੀ ਸੋਚਣਾ। ਹਾਲੇਲੂਇਆ। ਤੋ ਫਿਰ ਪਰਮੇਸ਼ਰ ਵੀ ਇਦਾਂ ਦੇ ਲੋਕਾਂ ਲਈ 100 ਵਾਰੀ ਸੋਚਦਾ। ਫਿਰ ਪਰਮੇਸ਼ਰ ਵੀ ਇਨਸਾਨਾਂ ਨੂੰ ਦੇਖ ਕੇ ਹੁਣ ਸਿਆਣਾ, ਕਹਿੰਦੇ ਨਹੀਂ ਹੁੰਦੇ ਸਿਆਣਾ ਹੋ ਗਿਆ ਦੇਖ ਕੇ, ਪਰਮੇਸ਼ਰ ਵੀ ਹੁਣ ਇਨਸਾਨਾਂ ਨੂੰ ਦੇਖ ਕੇ ਸਮਝ ਗਿਆ ਕਿ ਇਹਨਾਂ ਨੇ ਕਰਨਾ ਧੋਖਾ ਹੀ ਹੈ। ਫਿਰ ਵੀ ਪਰ ਪਰਮੇਸ਼ਰ ਫਿਰ ਵੀ ਦਿਆਲੂ ਆਪਣਾ। ਹਾਲੇਲੂਇਆ। ਉਹ ਦਿਆਲੂ ਪਰਮੇਸ਼ਰ ਆ, ਉਹ ਦਇਆ ਦਾ ਧਨੀ ਸਾਗਰ ਵਾ ਉਹ। ਹਾਲੇਲੂਇਆ। ਤੂੰ ਉਹਨਾਂ ਦਾ ਮੂੰਹ ਉਤਰ ਗਿਆ ਜਦੋਂ ਮੇਰੇ ਨਾਲ ਗੱਲ ਹੋਈ। ਮੈਂ ਕਿਹਾ ਤੁਸੀਂ ਦਸਵੰਧ ਨਹੀਂ ਦਿੰਦੇ ਹੈਗੇ। ਮੈਂ ਕਿਹਾ ਉਹ ਦੇਣਾ ਸ਼ੁਰੂ ਕਰੋ ਹੋ ਜਾਣ ਦੀ। ਔਰ ਅਗਲੇ ਹਫਤੇ ਉਹ ਜਿਸ ਸੰਗਤ 'ਚ ਜਾਂਦੇ ਸੀ ਉੱਥੇ ਹੀ ਜਾਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ। ਸੋ ਮੈਂ ਆਪ ਸਭ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ। ਦੇਖੋ, ਇਸ ਸੰਗਤ ਲਈ ਵੀ ਆ ਤੇ ਪਰਮੇਸ਼ਰ ਦੇ ਬਹੁਤ ਸਾਰੇ ਦਾਸ ਨਬੀ ਵੀ ਆ ਜਿਹੜੇ, ਉਹ ਵੀ ਉਹਨਾਂ ਦੇ ਲਈ ਵੀ ਇਹ ਗੱਲ ਸੰਗਤ ਨੂੰ ਚਾਹੀਦਾ ਆ ਕਿ ਖਰੀ ਸਿੱਖਿਆ ਵੱਲ ਧਿਆਨ ਦਿਓ, ਬਾਈਬਲ ਦੇ ਵਚਨਾਂ ਵੱਲ ਧਿਆਨ ਦਿਓ ਕਿ ਪਰਮੇਸ਼ਰ ਦਾ ਵਚਨ ਸਾਨੂੰ ਪਰਮੇਸ਼ਰ ਦੇ ਹੁਕਮ ਮੰਨਣ ਲਈ ਜਿਹੜਾ ਅਲਾਓ ਕਰਦਾ, ਉਹਦੇ ਬਾਰੇ ਸਾਨੂੰ ਦੱਸਿਆ ਜਾਂਦਾ ਕਿ ਨਹੀਂ ਜਾਂਦਾ ਕਲੀਸੀਆ 'ਚ। ਹਾਲੇਲੂਇਆ। ਔਰ ਸੇਵਕਾਂ ਦੇ ਨਾਲ ਜਿਹੜੀ ਗੱਲ ਵਾ
ਸੇਵਕਾਂ ਨਾਲ ਇਹ ਗੱਲ ਹੋ ਕਿ ਆਪਣੀ ਕਲੀਸਿਆ ਦੇ ਲੋਕਾਂ ਨੂੰ ਸਿਖਾ ਲਓ। ਤੁਸੀਂ ਕਲੀਸਿਆ ਦੇ ਮੋਹਰੇ ਆ, ਤੁਸੀਂ ਡਾਇਰੈਕਟ ਨਹੀਂ ਤਾਂ ਵਚਨ ਦੇ ਵਿੱਚੋਂ ਦੀ ਦੱਸੋ, ਉਹਨਾਂ ਨੂੰ ਸਮਝਾਓ ਕਿ ਜਿਹੜਾ ਆਫਰਿੰਗ ਅਲੱਗ ਚੀਜ਼ ਹੁੰਦੀ ਆ, ਦਸਵੰਧ ਅਲੱਗ ਹੁੰਦਾ ਆ। ਹਾਲੇਲੂਇਆ। ਔਰ ਜਦੋਂ ਮੈਂ ਸੁਣਿਆ ਉਹਨਾਂ ਦੇ ਮੂੰਹੋਂ, ਮੈਂ ਕਿੰਨਾ ਸਮਾਂ ਹੋ ਗਿਆ ਚਰਚ ਜਾਂਦਿਆਂ ਨੂੰ, ਉਹਨਾਂ ਨੇ ਮੈਨੂੰ ਜਦੋਂ ਦੱਸਿਆ ਤਾਂ ਮੈਂ ਹੈਰਾਨ ਹੋ ਗਿਆ ਸੁਣ ਕੇ। ਕਹਿੰਦੇ ਜੀ 30 ਸਾਲ ਹੋ ਗਏ। ਉਹ ਮੈਂ ਕਿਹਾ ਕਮਾਲ ਹੋ ਗਈ, ਤੁਸੀਂ 30 ਸਾਲ ਤੋਂ ਜਾ ਰਹੇ ਹੋ ਤੇ ਹਜੇ ਤੱਕ ਤੁਸੀਂ ਕਹਿੰਦੇ ਕਿ ਬਰਕਤ ਹੈ ਨਹੀਂ। ਕਿੱਦਾਂ ਆਵੇਗੀ? ਤੁਸੀਂ ਭਾਵੇਂ 50 ਸਾਲ ਚੱਲ ਜਾਓ ਚਰਚ ਵਿੱਚ, ਜਦ ਤੁਸੀਂ ਉਸ ਚੀਜ਼ ਨੂੰ, ਪਰਮੇਸ਼ਰ ਦੇ ਵਚਨ ਨੂੰ ਆਪਣੇ ਅੰਦਰ ਲੈਣਾ ਨਹੀਂ, ਉਹ ਖਰੀ ਸਿੱਖਿਆ ਨਹੀਂ ਲੈਣੀ, ਤਾਂ ਕਿੱਦਾਂ ਤੁਸੀਂ ਬਰਕਤ ਦੇ ਹੱਕਦਾਰ ਹੋ ਜਾਓਗੇ? ਹਾਲੇਲੂਇਆ। ਬਰਕਤ ਦਾ ਹੱਕਦਾਰ ਉਦੋਂ ਹੀ ਇਨਸਾਨ ਹੁੰਦਾ ਜਦੋਂ ਪਰਮੇਸ਼ਰ ਦੇ ਹੁਕਮਾਂ ਤੇ ਵਿਧੀਆਂ ਦੀ ਪਾਲਣਾ ਕਰਦਾ। ਹਾਲੇਲੂਇਆ, ਹਾਲੇਲੂਇਆ। ਸੋ ਬਰਕਤ ਦਾ ਜਿਹੜਾ ਹੱਕਦਾਰ ਬੰਦਾ ਉਦੋਂ ਬਣਦਾ ਯੀਸ਼ੂ ਮਸੀਹ ਕੋਲ ਆ ਕੇ, ਜਦੋਂ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਨੀ ਸ਼ੁਰੂ ਕਰਦਾ। ਤਾਂ ਨਹੀਂ ਤਾਂ ਆਪਾਂ ਭਾਵੇਂ 50 ਸਾਲ ਜਾਈਏ, ਤਾਂ ਜਿੱਦਾਂ ਆਪਾਂ ਇੱਕ ਮੇਲਾ ਦੇਖਣ ਜਾਂਦੇ ਆ, ਉੱਥੇ ਘੁੰਮ ਫਿਰ ਕੇ ਆਪਾਂ ਆ ਜਾਂਦੇ ਆ, ਸੋਈ ਕੰਮ ਰਹਿਣਾ। ਹਾਲੇਲੂਇਆ। ਆਪਾਂ ਚਰਚ ਵਿੱਚ ਆ ਗਏ ਚਲ ਗਏ, ਆ ਗਏ ਚਲ ਗਏ, ਸਾਨੂੰ ਕਿਸੇ ਨਾਲ ਕੋਈ ਲੈਣ ਦੇਣ ਨਹੀਂ। ਜੇ ਤੁਸੀਂ ਵਚਨ ਦੇ ਵਿੱਚ ਦੀ ਚੱਲੋਗੇ ਤਾਂ ਤੁਹਾਨੂੰ ਹਰ ਇੱਕ ਦੇ ਨਾਲ ਵਚਨ ਸਿਖਾਲੇਗਾ ਕਿ ਕਿੱਦਾਂ ਤੁਸੀਂ ਗੱਲ ਕਰਨੀ ਆ ਸੰਗਤ 'ਚ ਜਾ ਕੇ, ਕਿੱਦਾਂ ਜੈ ਮਸੀਹ ਦੀ ਬੁਲਾਉਣੀ ਆ, ਕਿੱਦਾਂ ਸਲਾਮ ਕਹਿਣਾ ਜਾ ਕੇ। ਹਾਲੇਲੂਇਆ। ਤੇ ਕਿੱਦਾਂ ਵਚਨ ਨੂੰ ਖੋਲ ਕੇ ਵਚਨ ਪੜ੍ਹਨਾ, ਬਾਈਬਲ ਪੜ੍ਹਨੀ ਆ। ਜਦੋਂ ਅਨਾਉਂਸ ਕੀਤੀ ਜਾਂਦੀ ਸਟੇਜ ਤੋਂ ਵੀ ਅਸੀਂ ਅੱਜ ਜ਼ਬੂਰਾਂ ਦੀ ਪੋਥੀ ਪੜ੍ਹਾਂਗੇ, ਅੱਜ ਮੱਤੀ ਦੀ ਕਿਤਾਬ ਪੜ੍ਹਾਂਗੇ। ਹਾਲੇਲੂਇਆ। ਸੋ 30 ਸਾਲ ਹੋ ਗਏ ਉਹ ਪਰਿਵਾਰ ਨੂੰ ਜਾਂਦਿਆਂ ਨੂੰ, ਔਰ ਘਰ 'ਚ ਕੋਈ ਬਰਕਤ ਨਹੀਂ। ਔਰ ਉਹਨਾਂ ਨੇ ਕੀ ਚੁਣਿਆ? ਖਰੀ ਸਿੱਖਿਆ ਨੂੰ ਨਹੀਂ ਚੁਣਿਆ। ਉਹਨਾਂ ਨੇ ਜਿਹੜੀ ਸਿੱਖਿਆ ਉਹ ਲੈਂਦੇ ਉਹਨੂੰ ਹੀ ਚੁਣਿਆ। ਮੇਰੇ ਅਕੋਰਡਿੰਗ, ਮੇਰਾ ਪਰਮੇਸ਼ਰ ਦਾ ਵਚਨ ਜਿਹੜਾ ਮੈਨੂੰ ਦੱਸਦਾ, ਮੈਂ ਉਸ ਹਿਸਾਬ ਨਾਲ ਗੱਲ ਕਰਨ ਲੱਗਾ ਕਿ ਉਹ ਸਿੱਖਿਆ ਬਿਲਕੁਲ ਗਲਤ ਵਾ, ਮਸੀਹ ਦੇ ਖਿਲਾਫ ਜਾਂਦੀ ਆ, ਜਿਹਦੇ ਵਿੱਚ ਤੁਹਾਨੂੰ ਪਰਮੇਸ਼ਰ ਦੇ ਹੁਕਮ ਪੂਰੇ ਕਰਨ ਬਾਰੇ ਨਹੀਂ ਦੱਸਿਆ ਜਾਂਦਾ। ਹਾਲੇਲੂਇਆ। ਤੇ ਹੁਕਮ ਵੀ ਇਕੱਲੇ ਹੁਣ ਇਹ ਜੀ ਲਿਖਿਆ ਜੀ ਮੂਰਤੀ ਪੂਜਾ ਨਾ ਕਰੋ, ਤਾਂ ਜੀ 10 ਜਿਹੜਾ ਆਪਣੇ ਸਬਤ ਦਾ ਦਿਨ ਵਾ, ਉਹਦੇ ਤੇ ਉਸ ਨੂੰ ਪਵਿੱਤਰ ਜਾਣ ਕੇ ਚੇਤੇ ਰੱਖੋ, ਹੈ ਨਾ। ਤਾਂ ਲੋਕ ਇਹੀ ਦਸੇ ਹੁਕਮਾਂ ਨੂੰ ਪੂਰਾ ਕਰੀ ਜਾਂਦੇ। ਤੋਂ ਅੱਗੇ ਵੀ ਆ ਕੁਛ, ਬਾਕੀ ਦੀਆਂ ਚੀਜ਼ਾਂ ਕਿੱਥੇ ਜਾਣੀਆਂ? ਉਹ ਵੀ ਹੁਕਮ ਆ ਸਾਡੇ ਲਈ। ਪਰਮੇਸ਼ਰ ਦਾ ਵਚਨ ਬਾਈਬਲ ਦੇ ਪਹਿਲੇ ਹਿੱਸੇ ਤੋਂ ਲੈ ਕੇ ਆਖਰੀ ਹਿੱਸੇ ਤੱਕ ਕੋਈ ਵੀ ਐਦਾਂ ਦਾ ਵਚਨ ਨਹੀਂ ਆ ਜਿਹਨੇ ਸਾਡੇ ਨਾਲ ਗੱਲ ਨਹੀਂ ਕੀਤੀ ਹੋਵੇ, ਪਰ ਅਸੀਂ ਸੁਣ ਕੇ ਅਣਸੁਣਾ ਕਰ ਦਿੰਦੇ ਆ ਗੱਲ ਨੂੰ। ਹਾਲੇਲੂਇਆ। ਉਹ ਉਦਾਸ ਹੋ ਕੇ ਚਲ ਗਏ, ਔਰ ਜਿਸ ਤਰ੍ਹਾਂ ਇਹ ਬੰਦਾ ਉਦਾਸ ਹੋ ਕੇ ਚਲ ਗਿਆ, ਕਹਿੰਦੇ ਪਰ ਉਹ ਇਹ ਸੁਣ ਕੇ ਬਹੁਤ ਉਦਾਸ ਹੋਇਆ, ਕਿਉਂ ਜੋ ਵੱਡਾ ਧਨਵਾਨ ਸੀ। ਹੁਣ ਇਹ ਜਿਹੜੇ ਲੋਕ 30 ਸਾਲ ਤੋਂ ਜਾਂਦੇ ਸੀ, ਇਹਨਾਂ ਲਈ ਜਿਹੜੇ ਦਸਵੰਧ ਨਹੀਂ ਕਰਦੇ, ਇਹਨਾਂ ਲਈ ਇਹਨਾਂ ਦਾ ਪੈਸਾ ਹੀ ਰੱਬ ਆ। ਇਸੇ ਇਨਸਾਨ ਦਾ ਇਹਦੇ ਲਈ ਪੈਸਾ ਹੀ ਇਹਦਾ ਰੱਬ ਸੀ। ਹਾਲੇਲੂਇਆ। ਤਦ ਯੀਸ਼ੂ ਮਸੀਹ ਨੇ ਕਿਹਾ ਆਪਣਾ ਸਾਰਾ ਕੁਝ ਵੇਚ ਕੇ ਕੰਗਾਲਾਂ 'ਚ ਵੰਡ ਦੇ, ਤੈਨੂੰ ਸੁਰਗ 'ਚ ਕਹਿੰਦਾ ਧਨ ਫੇਰ ਮਿਲੇਗਾ, ਤੂੰ ਉਹਦੇ ਨਾਮ ਦੀ ਜਿਹੜੀ ਆ ਕਮਾਈ ਫੇਰ ਕਰੇਗਾ। ਹਾਲੇਲੂਇਆ। ਬਾਣੀ ਦੱਸਦੀ ਆ, ਵਚਨ 'ਚ ਲਿਖਿਆ ਕਿ ਅਸੀਂ 2 ਮਾਲਕਾਂ ਦੀ ਸੇਵਾ ਨਹੀਂ ਕਰ ਸਕਦੇ। ਤਾਂ 2 ਮਾਲਕ ਕਿਹੜੇ ਹੋ ਗਏ? ਹੁਣ ਇਹਲੇ 2 ਮਾਲਕ ਆ ਗਏ ਇੱਥੇ, ਇੱਕ ਹੋ ਗਿਆ ਧਨ, ਇੱਕ ਹੋ ਗਿਆ ਪਰਮੇਸ਼ਰ। ਤਾਂ ਬਾਣੀ ਕਹਿੰਦੀ ਹੈ ਕਿ ਇੱਕ ਨਾਲ ਪ੍ਰੇਮ ਰੱਖੇਗਾ ਤੇ ਦੂਜੇ ਨਾਲ ਵੈਰ ਰੱਖੇਗਾ, ਇੱਕ ਨਾਲ ਮਿਲਿਆ ਰਹੇਗਾ, ਹੈ ਨਾ। ਤੋ ਬਹੁਤੀ ਵਾਰੀ ਜਿਹੜਾ ਅਮੀਰ ਬੰਦਾ ਹੁੰਦਾ, ਧਨੀ ਬੰਦਾ ਹੁੰਦਾ, ਉਹਦਾ ਪਿਆਰ ਜਿਹੜਾ ਆਪਣੇ ਪੈਸੇ ਨਾਲ ਹੀ ਹੁੰਦਾ ਆ, ਔਰ ਪਰਮੇਸ਼ਰ ਨਾਲ ਨਹੀਂ ਹੁੰਦਾ। ਇਸ ਲਈ ਜਿਹੜੀ ਉਹਦੀ ਬਰਕਤ ਆ, ਪੈਸੇ ਦੀ ਬਰਕਤ ਆ, ਉਹ ਬਹੁਤਾ ਲੰਮਾ ਸਮਾਂ ਨਹੀਂ ਚੱਲਦੀ ਹੈਗੀ ਉਹ। ਹਾਲੇਲੂਇਆ। ਜੇ ਲੰਮੀ ਰੇਸ ਦੇ ਘੋੜੇ ਬਣਨਾ ਆ ਤਾਂ ਸਾਨੂੰ ਪਰਮੇਸ਼ਰ ਦੇ ਵਿੱਚ
ਉਹਦੇ ਵਚਨਾਂ ਦੇ ਵਿੱਚ, ਉਹਦੇ ਹੁਕਮਾਂ ਦੇ ਵਿੱਚ ਰਹਿਣਾ ਪਵੇਗਾ। ਔਰ ਜਦੋਂ ਹੁਕਮ ਅਸੀਂ ਉਸ ਨੂੰ ਆਪਣੇ ਅੰਦਰ ਲਵਾਂਗੇ, ਗੱਲਾਂ ਨੂੰ, ਵਚਨ ਨੂੰ ਆਪਣੇ ਅੰਦਰ ਲਵਾਂਗੇ, ਤਾਂ ਫਿਰ ਹੀ ਵਚਨ ਨੇ ਕੰਮ ਕਰਨਾ। ਦਵਾਈ ਖਾਂਦੇ ਆ ਕਿ ਦਵਾਈ ਜਦੋਂ ਆਪਾਂ ਸਿਰ ਦਰਦ ਹੁੰਦਾ ਆ ਤਾਂ ਪੈਰਾਸੀਟਾਮੋਲ ਇੱਕ ਮਿਲਦੀ ਆ, ਉਹ ਗੋਲੀ ਖਾ ਕੇ ਸਿਰ ਹਟ ਜਾਂਦਾ ਕਹਿੰਦੇ ਜੀ। ਜੇ ਉਹਨੂੰ ਆਪਾਂ ਦੇਖੀ ਜਾਈਏ ਤਾਂ ਖਾਈਏ ਨਾ ਤਾਂ ਸਿਰ ਸਾਡਾ ਠੀਕ ਹੋ ਜੂ? ਨਹੀਂ ਨਾ। ਇਸੇ ਤਰ੍ਹਾਂ ਰੋਟੀ ਆ, ਰੋਟੀ ਨੂੰ ਜੇ ਦੇਖੀ ਜਾਈਏ, ਖਾਈਏ ਨਾ ਤਾਂ ਸਾਨੂੰ ਤਾਕਤ ਦੇ ਦੂ, ਅੰਦਰੋਂ ਮਜ਼ਬੂਤ ਕਰ ਦੂ? ਨਹੀਂ ਨਾ, ਸਾਡੇ ਸਰੀਰ ਨੂੰ ਮਜ਼ਬੂਤ ਨਹੀਂ ਕਰਨਾ ਉਹਨੇ। ਇਸੇ ਤਰ੍ਹਾਂ ਇਹ ਆਤਮਿਕ ਭੋਜਨ ਆ, ਪਰਮੇਸ਼ਰ ਦਾ ਵਚਨ, ਜੇ ਅਸੀਂ ਆਪਣੇ ਅੰਦਰ ਨਹੀਂ ਲਵਾਂਗੇ ਤਾਂ ਸਾਡੇ ਆਤਮਾ ਦੇ ਨਾਲ ਨਾਲ ਸਾਡਾ ਸਰੀਰ ਵੀ ਕਮਜ਼ੋਰ ਹੋਵੇਗਾ। ਗਰੰਟੀ ਹੈ ਇਹ, ਅਜਮਾ ਕੇ ਦੇਖ ਲਓ ਇਸ ਗੱਲ ਨੂੰ, ਕਦੇ ਵੀ ਭਰ ਕੇ ਇਸ ਗੱਲ ਨੂੰ ਦੇਖ ਲਓ। ਜਿਹੜੇ ਲੋਕ ਪ੍ਰਾਰਥਨਾ ਨਹੀਂ ਕਰਦੇ, ਹਰ ਰੋਜ਼ ਵਚਨ ਨਹੀਂ ਪੜ੍ਹਦੇ, ਉਹਨਾਂ ਨਾਲ ਮੈਂ ਇੱਕ ਗੱਲ ਕਰਨੀ ਚਾਹੁੰਦਾ। ਅੱਜ ਇਸੇ ਵਕਤ, ਅੱਜ ਰਾਤ ਦੇ ਸਮੇਂ 'ਚ ਪਰਮੇਸ਼ਰ ਨੂੰ ਆਪਣਾ ਜਿਹੜਾ ਸਮਾਂ ਆ ਉਹ ਕੱਢ ਕੇ ਪਰਮੇਸ਼ਰ ਦੇ ਨਾਲ ਗੱਲ ਕਰੋ, ਬੈਠੋ ਪਰਮੇਸ਼ਰ ਦੇ ਨਾਲ, ਔਰ ਫਿਰ ਵਚਨ ਵੀ ਪੜ੍ਹੋ। ਔਰ ਦੇਖਿਓ ਤੁਸੀਂ ਤੁਹਾਡੀ ਪ੍ਰਾਰਥਨਾ ਤੋਂ ਬਿਨਾਂ ਜ਼ਿੰਦਗੀ ਤੇ ਪ੍ਰਾਰਥਨਾ ਦੇ ਨਾਲ ਜਿਹੜੀ ਜ਼ਿੰਦਗੀ, ਉਹਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੋਵੇਗਾ। ਹਾਲੇਲੂਇਆ। ਜਿੱਦਣ ਅਸੀਂ ਪ੍ਰਾਰਥਨਾ ਨਹੀਂ ਕਰਦੇ, ਸਾਡਾ ਆਪਣਾ ਐਕਸਪੀਰੀਅੰਸ ਆ, ਜਿੱਦਣ ਕਿਤੇ ਅਸੀਂ ਥੱਕੇ ਹੋਈਏ, ਕਈ ਵਾਰੀ ਨਹੀਂ ਹੁੰਦੀ ਪ੍ਰੇਅਰ, ਤਾਂ ਸਾਨੂੰ ਆਪ ਨੂੰ ਪਤਾ ਲੱਗਣ ਲੱਗ ਪੈਂਦਾ ਕਿ ਇਕੱਲਾ ਆਤਮਾ ਨਹੀਂ, ਹੁਣ ਸਾਡੀ ਬੋਡੀ ਵੀ ਕਮਜ਼ੋਰ ਹੋ। ਜਿੱਦਣ ਪ੍ਰਾਰਥਨਾ ਕੀਤੀ ਹੋਈ ਹੁੰਦੀ ਆ ਆਤਮਾ ਦੇ ਨਾਲ ਨਾਲ, ਸਰੀਰ ਵੀ ਇੱਦਾਂ ਹੁੰਦਾ ਜਿੱਦਾਂ ਕਿਤੇ ਹੁਣੇ ਬੰਦਾ ਜਿਮ ਜਾ ਕੇ ਆਇਆ। ਹਾਲੇਲੂਇਆ। ਜਦੋਂ ਆਤਮਿਕ ਮੰਨਾ ਖਾਣਾ ਸ਼ੁਰੂ ਕਰਨਾ, ਉਹਦੇ ਹੁਕਮਾਂ 'ਚ ਰਹਿਣਾ ਸ਼ੁਰੂ ਕਰਨਾ, ਤਾਂ ਫਿਰ ਸਾਨੂੰ ਜਿਮ ਜਾਣ ਦੀ ਵੀ ਲੋੜ ਨਹੀਂ ਪੈਣੀ। ਸਾਡੇ ਪਰਮੇਸ਼ਰ ਨੇ ਉੱਦਾਂ ਹੀ ਬਹੁਤ ਪਾਵਰ ਭਰ ਦੇਣੀ। ਹਾਲੇਲੂਇਆ। ਤੋ ਇਹ ਪਰਿਵਾਰ ਅਦਾਸ ਹੋ ਕੇ ਚਲ ਗਿਆ, ਕਿਉਂਕਿ ਇਹਨਾਂ ਦੇ ਲਈ ਇਹਨਾਂ ਦਾ ਜਿਹੜਾ ਪੈਸਾ ਆ ਉਹੀ ਇਹਨਾਂ ਦਾ ਰੱਬ ਸੀ। ਹਾਲੇਲੂਇਆ। ਸੋ ਕੀ ਆਖਿਆ ਕਿ ਵਚਨ 'ਚੋਂ ਆਪਾਂ ਦੇਖਾਂਗੇ, ਯੀਸ਼ੂ ਨੇ ਉਹਨੂੰ ਵੇਖ ਕੇ ਆਖਿਆ, ਜਿਹੜੇ ਦੌਲਤ ਰੱਖਦੇ ਹਨ ਉਹਨਾਂ ਦਾ ਪਰਮੇਸ਼ਰ ਦੇ ਰਾਜ ਵਿੱਚ ਵੜਨਾ ਕਿਹੜਾ ਔਖਾ ਹੋਵੇਗਾ। ਹਾਲੇਲੂਇਆ। ਬਹੁਤ ਕਹਿੰਦਾ ਔਖਾ ਹੋਵੇਗਾ ਜਿਹੜੇ ਆਪਣੇ ਪੈਸੇ ਨਾਲ ਪਿਆਰ ਰੱਖਦੇ ਆ, ਕਿਉਂਕਿ ਉਹ ਆਪਣੇ ਪੈਸੇ ਨਾਲ ਹੀ ਉਹ ਸੋਚਦੇ ਆ ਕਿ ਖਰੇ ਅਸੀਂ ਪੈਸੇ ਲਾ ਕੇ ਹੀ ਸਵਰਗ ਚੱਲ ਜਾਣਾ। ਹਾਲੇਲੂਇਆ। ਇੱਕ ਬਾਈਬਲ 'ਚ ਹੈਗੀ ਆ ਗੱਲ, ਪਰਮੇਸ਼ਰ ਦੇ ਚੇਲਿਆਂ ਨੂੰ ਕਹਿਣ ਲੱਗੇ ਕਿ ਮੈਨੂੰ ਵੀ ਇਹ ਜਿਹੜੀ ਪਾਵਰ ਵਾ ਚੰਗੇ ਕਰਨ ਵਾਲੀ, ਕਹਿੰਦਾ ਮੈਨੂੰ ਵੀ ਇਹ ਦੇ ਦਿਓ, ਮੇਰੇ ਤੋਂ ਪੈਸੇ ਲੈ ਲਓ, ਕਹਿੰਦਾ ਤੁਸੀਂ ਦਾਮ ਲੈ ਲਓ। ਉਹ ਪਰਮੇਸ਼ਰ ਦੇ ਚੇਲੇ ਯੀਸ਼ੂ ਮਸੀਹ ਦੇ ਕੀ ਕਹਿੰਦੇ, ਤੇਰੇ ਪੈਸੇ ਤੇਰੇ ਸਣੇ ਕਹਿੰਦੇ ਨਾਸ ਹੋ ਜਾਣ। ਹਾਲੇਲੂਇਆ। ਤੂੰ ਕਹਿੰਦਾ ਪਰਮੇਸ਼ਰ ਦੀ ਆਸ਼ੀਸ਼ ਨੂੰ, ਉਹਦੀ ਬਰਕਤ ਨੂੰ, ਜਿਹੜਾ ਉਹਦੀ ਕਿਰਪਾ ਨੂੰ ਕਹਿੰਦਾ ਤੂੰ ਮੁੱਲ ਖਰੀਦਣਾ ਚਾਹੁੰਦਾ। ਹਾਲੇਲੂਇਆ। ਹਾਲੇਲੂਇਆ। ਸੋ ਬਾਣੀ ਸਾਨੂੰ ਇੱਕ ਗੱਲ ਹੋਰ ਦੱਸਦੀ, ਕਹਿੰਦਾ ਤੁਸੀਂ ਮੁਫਤ ਲਿਆ ਤੇ ਮੁਫਤ ਹੀ ਕਹਿੰਦਾ ਕੀ ਆ ਦਿਓ। ਹਾਲੇਲੂਇਆ। ਸੋ ਕਹਿੰਦੇ ਵਚਨ 'ਚ ਲਿਖਿਆ, ਯੀਸ਼ੂ ਮਸੀਹ ਆਖਦੇ ਆ, ਕਿਉਂ ਜੋ ਸੂਈ ਦੇ ਨੱਕੇ ਵਿੱਚੋਂ ਦੀ ਊਂਠ ਦਾ ਵੜਨਾ ਇਸ ਨਾਲੋਂ ਸੁਖਾਲਾ ਹੈ ਜੋ ਧਨਵਾਨ ਮਨੁੱਖ ਪਰਮੇਸ਼ਰ ਦੇ ਰਾਜ ਵਿੱਚ ਵੜੇ। ਦੇਖੋ ਸੂਈ ਦਾ ਨੱਕਾ, ਦੇਖੋ ਪਰਮੇਸ਼ਰ ਨੇ ਕਿੱਥੇ ਗੱਲ ਕੀਤੀ। ਸੂਈ ਦਾ ਨੱਕਾ ਇੰਨਾ ਕੁ ਹੁੰਦਾ, ਕਹਿੰਦੇ ਉਹਦੇ ਵਿੱਚ ਊਂਠ ਦਾ ਵੜਨਾ ਸੁਖਾਲਾ ਆ, ਪਰ ਕਹਿੰਦੇ ਉਹਦੇ ਨਾਲੋਂ ਸੁਖਾਲਾ ਆ ਕਿ ਕਹਿੰਦਾ ਧਨੀ ਮਨੁੱਖ ਪਰਮੇਸ਼ਰ ਦੇ ਰਾਜ 'ਚ ਵੜੇ। ਹਾਲੇਲੂਇਆ। ਹਾਲੇਲੂਇਆ। ਜਿਹਦਾ ਪੈਸਾ ਹੀ ਉਹਦਾ ਸਾਰਾ ਕੁਝ ਬਣ ਗਿਆ, ਉਹਦਾ ਰੱਬ ਬਣ ਗਿਆ, ਉਹਦਾ ਸਵਰਗ ਦੇ ਰਾਜ 'ਚ ਜਾਣਾ ਬਹੁਤ ਔਖਾ ਆ, ਬਹੁਤ ਔਖਾ। ਉਹ ਇਹ ਗੱਲੇ ਹੀ ਛੱਡ ਦੇਵੇ ਪਰਮੇਸ਼ਰ ਦੇ ਰਾਜ 'ਚ ਵੜਨ ਦੀ। ਹਾਲੇਲੂਇਆ। ਉਹ ਇਸ ਗੱਲ ਨੂੰ ਭੁੱਲ ਜਾਏ ਕਿ ਉਹ ਪਰਮੇਸ਼ਰ ਦੇ ਰਾਜ 'ਚ ਵੜ ਸਕਦਾ। ਜੇ ਪੈਸੇ ਨਾਲ ਰੱਖ ਕੇ ਪਰਮੇਸ਼ਰ ਦੇ ਵਿੱਚ ਤੁਸੀਂ ਮਿਹਨਤ ਕਰਦੇ ਹੋ, ਉਹਦੇ ਹੁਕਮ 'ਚ ਚੱਲਦੇ ਆ, ਹੈਗੇ ਇੱਦਾਂ ਦੇ ਬਹੁਤ ਲੋਕ ਜਿਨ੍ਹਾਂ ਨੇ ਬਹੁਤ ਸਾਰੀ ਪਰਮੇਸ਼ਰ ਦੀ ਜਿਹੜੀ ਕਿਰਪਾ ਆ ਉਹਨਾਂ ਤੇ ਹੋਈ ਆ, ਬਹੁਤ ਸਾਰਾ ਪੈਸਾ ਵੀ ਆ, ਆਸ਼ੀਸ਼ ਬਰਕਤ ਮਿਲੀ ਹੋਈ ਪਰਮੇਸ਼ਰ ਵੱਲੋਂ ਉਹਨਾਂ ਨੂੰ ਪੈਸੇ ਦੀ। ਉਹਨਾਂ ਨੇ ਇੰਨੀ ਕੁ ਮਿਹਨਤ ਕੀਤੀ ਹੋਈ ਆ, ਅੱਜ ਇੱਕ ਮਜ਼ਬੂਤ ਥੰਮ ਦੀ ਤਰ੍ਹਾਂ ਖੜੇ ਆ ਪਰਮੇਸ਼ਰ ਦੇ ਰਾਜ ਦੇ ਲਈ ਉਹ ਤਿਆਰ। ਹਾਲੇਲੂਇਆ। ਤੂੰ
सानू जरूरी आ कि आपां जिन्ना परमेश्वर ने सानू दिता उहदे विच आपां उहदा धन्नवाद करिए। हालेलुया। तू किन्ना कहंदा कि उहदे लई कहंदा बहुत औखा है परमेश्वर दे राह च बढ़ना जिहड़ा अपने पैसे नाल प्यार रखदा। हालेलुया। तां की कहंदे कोल जिहड़े आले दुआले सुनन वाले सी, हुण देखो जदों वचन चलदा हुंदा बाहले लोग सुणदे आ ते आले दुआले गल्लां करन वाले बथेरे हुंदे आ। इदां दे पहलां भी सीगे यीशु मसीह दे टाइम च, हुण भी हैगे आ ते यीशु मसीह टाइम च भी गल्लां होईयां, हुण भी होईयां। तां की होईयां देखदे आ। यीशु मसीह टाइम च की आख्या गया, कहंदा तां सुनन वालियां ने कहा तां फिर किहदी मुक्ति हो सकदी है? पर उस आख्या कि ਜਿਹੜੀਆਂ ਗੱਲਾਂ ਮਨੁੱਖਾਂ ਤੋਂ ਅਣਹੋਣੀਆਂ ਹਨ ਉਹ ਪਰਮੇਸ਼ਰ ਤੋਂ ਹੋ ਸਕਦੀਆਂ ਹਨ। ਉਹਨਾਂ ਨੂੰ ਪੁੱਛਿਆ ਵੀ ਕਿਹਦੀ ਹੋ ਸਕਦੀ ਮੁਕਤੀ? ਹੁਣ ਕਿਹੜਾ ਆ ਖਿਆਲ ਆ ਜਾਂਦਾ ਨਾ ਸੁਣਨ ਵਾਲਿਆਂ ਦਾ ਵੀ ਭਾਈ ਅਸੀਂ ਤਾਂ ਪੈਸੇ ਨਾਲ ਵੀ ਨਹੀਂ ਪਿਆਰ ਕਰਦੇ, ਕੁਛ ਕੁ ਉੱਥੇ ਇਦਾਂ ਦੇ ਵੀ ਸੀਗੇ, ਅਸੀਂ ਤਾਂ ਹੁਕਮ ਵੀ ਮੰਨਦੇ ਸੀ, ਉਹਨਾਂ ਦੇ ਵਿੱਚ ਖਿਆਲ ਆ ਗਿਆ ਕਰੇ ਅਸੀਂ ਬਣਨਾ ਕਿ ਨਹੀਂ ਬਣਨਾ। ਤਾਂ ਪਰਮੇਸ਼ਰ ਯੀਸ਼ੂ ਮਸੀਹ ਨੇ ਉਹਨੂੰ ਕਲੀਅਰ ਕਰਤਾ ਕਿ ਜਿਹੜੀਆਂ ਗੱਲਾਂ ਮਨੁੱਖਾਂ ਤੋਂ ਅਣਹੋਣੀਆਂ ਉਹ ਪਰਮੇਸ਼ਰ ਤੋਂ ਹੋ ਸਕਦੀਆਂ। ਹਾਲੇਲੂਇਆ। ਤਦ ਯੀਸ਼ੂ ਮਸੀਹ ਦੇ ਚੇਲੇ ਨੇ ਪਤਰਸ ਨੇ ਗੱਲ ਕਰਕੇ ਆਖਿਆ, ਵੇਖ ਅਸੀਂ ਆਪਣਾ ਸਭ ਕੁਝ ਛੱਡ ਕੇ ਤੇਰੇ ਮਗਰ ਹੋ ਤੁਰੇ ਹਾਂ। ਤਾਂ ਉਸਨੇ ਉਹਨਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਤੇ ਅਜਿਹਾ ਕੋਈ ਨਹੀਂ ਜਿਹਨੇ ਘਰ ਜਾਂ ਤੀਵੀਂ ਜਾਂ ਭਾਈਆਂ ਜਾਂ ਮਾਪਿਆਂ ਜਾਂ ਬਾਲ ਬੱਚਿਆਂ ਨੂੰ ਪਰਮੇਸ਼ਰ ਦੇ ਰਾਜ ਦੇ ਕਾਰਨ ਛੱਡਿਆ ਹੈ। ਹਾਲੇਲੂਇਆ। ਹਾਲੇਲੂਇਆ। सो पतरस ने आख्या कहंदा असी तो अपना सारा कुछ छड्ड के तुर पए हैं, पर यीशु मसीह नूं पता सी कि इन बहुतियां ने अपना सारा कुछ नहीं छड्डिया, इसलिए उन्होंने आख्या, कहंदे की आख्या आपां वचन जो फिर रिपीट करांगे इसे लाइन नूं। तां की लिखिया, यीशु ने आख्या मैं तुहानूं सच आखदा हां भई अजिहा हजे कोई नहीं आ कि जिहने घर या तीवीं या भाइयां या मापियां या बाल बच्चों नूं परमेश्वर होवे। हालेलुया। सो इदां दे लोग हजे तक परमेश्वर कहंदा नहीं आ, पर आउण वाले समय च हो सकदे। हुण दे समय च बहुत सारे लोग आ जिन्हां नूं यीशु मसीह दे नाम दे कारण बहुत कुछ झलना पै गया, और पर साडे लई एक आस आ, एक उम्मीद आ। यीशु मसीह ने साडे नाल प्रॉमिस कीता अपने वचन दे द्वारा कि कहंदे कि मेरा नाम लैण नाल पहले तो उन्होंने आख्या मेरा नाम लैण नाल लोग तुहाडे नाल वैर रखणगे, तुहानूं तरह तरह दीयां बोलियां मारनगे, और नाल प्रॉमिस साडे नाल की कीता कि प्रॉमिस यही है साडे लई कि जिहड़ा अंत तोड़ी सह लवेगा सोई की कहंदे बचाया जावेगा। हालेलुया। बहुत सारे आ परमेश्वर दे दास नबी जिन्हां नूं अपने परिवार तो अज दे समय 'च अलग होना पिया, अपने माँ बाप तो, अपने भैणां भरावां तो, और कुछ इदां दे भी कि उन्हां नूं अपने बाल बच्चों तो, अपनी वाइफ लत नूं भी, अपनी वाइफ तो भी दूर रहना पिया। हालेलुया। बहुत सारे सेवक जिन्होंने इदा अपने परिवारों तो दूर रहना पिया, पर परमेश्वर की किरपा उन्होंने नाल रही हमेशा, और परमेश्वर ने किया उन्होंने बहुत बड़ी बरकत दी। हालेलुया। सो आपां जिहड़े आ सेवक आपां परमेश्वर के चुने हुए हैं, आपां नूं उहदे नाम दे लई बहुत कुछ झलना पैना। हालेलुया। पर बाणी सानूं इक्को गल दसदी आ, प्रॉमिस दिता यीशु मसीह ने आपां नूं उत्ते फोकस करन दी लोड़ आ कि जिहड़ा अंत तोड़ी झल लवेगा ओही बचाया जावेगा। हालेलुया। तो आपां तो एक दो लाइनां होर रह गईयां, आपां समाप्ति वाल चलांगे पढ़ के। सो जिहड़ा इस समय विच बहुत गुणा अते अगले युग विच सदीवक जीवन ना पावे। हालेलुया। तो कहंदा जिहड़ा इस समय विच सुख नूं भोग लवे, ओहदा बचन दा कहण दा मतलब यही आ। तो कहंदा इस टाइम च सुख भोगे तो कहता गाहां उहदे लई जिहड़ा सदीपक जीवन जिहड़ा आ ओह उहदे विच पहुंच नहीं सकदा। हालेलुया। उहनूं जिहड़ा सदीपक जीवन दा सुख जिहड़ा नहीं मिल सकदा। हालेलुया। तो पहला स्ट्रगल, सो की कहंदा कामयाबी तो पहला की आउंदी, स्ट्रगल आउंदी है। स्ट्रगल करनी जिहड़ी है कि बहुत जरूरी है। जे स्ट्रगल नहीं करते आपां तां फिर असीं ओहनूं जिहड़ा एक प्राइज़ साडे लिए रखिया हुंदा आपां उहनूं अचीव नहीं कर सकते। हालेलुया। हालेलुया। सो मेरा आप सब दे नाल यही मैसेज सी। सो आपां अपने धन नाल, इस दुनियावी चीज़ां नाल, इन्हां नाल प्यार नहीं रखना, क्योंकि ये नाशवान हो, ये नाशवान है, सब कुछ खत्म हो जाना।
पर एक चीज़ खत्म नहीं होनी, जिहड़ी असीं उहदे नाम की कमाई कर लेनी है, वो कदे भी खत्म नहीं होनी। हालेलुया। लोग रहिंदी दुनिया तक याद रखणगे कि इन्हें परमेश्वर के नाम की कमाई की सी। हालेलुया, हालेलुया। तो उच्चा करने वाला परमेश्वर आ, चंगा करने वाला परमेश्वर आ, बरकत देने वाला भी परमेश्वर आ। हालेलुया। तो जदों परमेश्वर को असीं पिछे पाने आ तो फिर असीं अगे नहीं बढ़ सकते और दो मालकां की सेवा कदे भी नहीं कर सकते। हालेलुया। जे तुहाडे कोल परमेश्वर का प्यार हुआ और तुहानूं परमेश्वर ने पैसे भी बरकत दी है तो अपना मालक परमेश्वर नूं ही बनाओ और परमेश्वर की ही सेवा करो। अपने पैसे नूं अपना मालक ना बनाओ, अपना रब ना बनाओ, वो पैसे की सेवा ना करो। हालेलुया। क्योंकि पैसा तुहानूं अपना गुलाम बना लेगा, परमेश्वर तुहानूं कदे भी गुलाम नहीं बनावेगा, परमेश्वर तुहानूं अपना धी पुत बनावेगा। आमीन। सो परमेश्वर आप सबनूं इन्हां वचनां नाल आशीष ते बरकत देण। अज आपां एक छोटी जी फिर तो प्रार्थना करांगे आप सब दे लई। सो मैं प्रार्थना करदा, धन्नवाद करदा खुदावंद खुदा अज दे इस वचन लई। खुदावंद खुदा तुसीं जो अपने बेटे बेटियां दिता वो स्वर्गीय बनना। खुदावंद खुदा मैं प्रार्थना करदा जिन्ने लोग सुन और मेरे परमेश्वर जी वो वचन उन्होंने हिरदियां दे विच जावे और डूंगी जमीन दे विच बीजे जावे और 100 दा 100 गुणा फल लैके आवे। दया कृपा करना, थोड़ी मर्जी पूरी हो जाएगी किसी जीवन च। और सचमुच मेरे परमेश्वर जी हुण तुहाडे लोग दो मालकां की सेवा करने वाले ना होण और खुदावंद खुदा इन्हां दा इक्को मालक होवे जो स्वर्गां च विराजमान आ। दया कृपा करो, तुहाडी मर्जी पूरी होवे, चंगाई तंदुरुस्ती दिओ अपने लोगों को, रुके कामकार बन जाण मेरे परमेश्वर जी यीशु मसीह के नाम नाल। दया कृपा करो, तुहाडी मर्जी पूरी होवे। और खुदावंद खुदा जिहड़े लोग प्रार्थना नहीं करते, प्रार्थना नहीं कर पाते और वचन नहीं पढ़ पाते, आज यीशु मसीह के नाम नाल खुदावंद खुदा उन्होंने जीवन एक नवा मोड़ आ जाए और यीशु मसीह के नाम नाल अच्छी प्रार्थना वाली उन्होंने जीवन हो जाए और प्रार्थना वचन वाला जीवन हो जाए मेरे परमेश्वर। दया कृपा करो, वड्डी आशीष बरकत दे दिओ, सबना नूं संभालो, साडे उत्ते कृपा करो। एक एक दे लई वड्डी बरकत नूं चाहना यीशु मसीह नासरी दे नाम च मंगना। आमीन, आमीन, आमीन। सो आप सब नूं जय मसीह दी। सो आप सब परमेश्वर दे इन्हां वचनां दा आनंद माण सकदे हैं, यूट्यूब चैनल ते देख सकते हैं और सबसक्राइब भी कर सकते हैं।